ਗੁੱਡ ਈਵਨਿੰਗ ਸਟੂਡੈਂਟਸ। ਅੱਜ ਆਪਾਂ ਕੰਪਿਊਟਰ ਦਾ ਸਭ ਤੋਂ ਮੋਸਟ ਇੰਪੋਰਟੈਂਟ ਚੈਪਟਰ MS ਐਕਸਲ ਕਰਨ ਜਾ ਰਹੇ ਹਾਂ। ਅੱਜ ਕੱਲ੍ਹ ਐਗਜ਼ਾਮਸ ਦੇ ਵਿੱਚ 3 ਤੋਂ 4 ਕੁਐਸਚਨ MS ਐਕਸਲ ਦੇ ਹੁੰਦੇ ਨੇ, ਤਾਂ ਮੈਂ ਬਹੁਤ ਹੀ ਜ਼ਿਆਦਾ ਐਕਸੀਲੈਂਟ ਵੇ ਨਾਲ ਤੁਹਾਨੂੰ MS ਐਕਸਲ ਡੀਅਰ ਸਟੂਡੈਂਟਸ ਮੈਂ ਤੁਹਾਨੂੰ ਪੜ੍ਹਾਉਣ ਜਾ ਰਿਹਾ। ਤਾਂ ਪਲੀਜ਼ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਸ਼ੇਅਰ ਕਰਿਓ ਵਿਦ ਦੀ ਹੈਲਪ ਆਫ ਪ੍ਰੋਪਰ ਫਾਰਮੂਲਾਜ਼, ਇਮੇਜਿਸ, ਪ੍ਰੋਪਰ ਵੇ ਨਾਲ ਤੁਹਾਨੂੰ ਇਹ ਵਾਲਾ ਚੈਪਟਰ ਸਮਝਾਇਆ ਜਾਊਗਾ ਡੀਅਰ। ਠੀਕ ਹੈ ਜੀ। ਤਾਂ ਚਲੋ ਅੱਜ ਦਾ ਸੈਸ਼ਨ ਆਪਾਂ MS ਐਕਸਲ ਪਾਰਟ 1 ਦਾ ਸੈਸ਼ਨ ਆਪਾਂ ਸ਼ੁਰੂ ਕਰਦੇ ਹਾਂ। ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਆ ਸਪਰੈਡਸ਼ੀਟ। ਹੇਠ ਲਿਖਿਆ ਵਿੱਚੋਂ ਸਪਰੈਡਸ਼ੀਟ ਦੀ ਐਗਜ਼ਾਮਪਲ ਕਿਹੜੀ ਹੈ। ਤਾਂ ਇਹਨਾਂ ਵਿੱਚੋਂ ਕਹਿੰਦਾ ਸਪਰੈਡਸ਼ੀਟ ਦੀ ਐਗਜ਼ਾਮਪਲ ਕਿਹੜੀ ਹੈ। ਤਾਂ ਆਪਸ਼ਨ ਦੇ ਅਨੁਸਾਰ ਸਪਰੈਡਸ਼ੀਟ ਮਤਲਬ ਇਸ ਤਰੀਕੇ ਨਾਲ ਜਿੱਥੇ ਆਪਣੇ ਰੋ ਅਤੇ ਕਾਲਮਸ ਹੁੰਦੇ ਨੇ ਉਹਨੂੰ ਨਾ ਸਪਰੈਡਸ਼ੀਟ ਕਹਿ ਦਿੰਦੇ ਹੁੰਦੇ ਆ। ਤਾਂ ਉਹ ਆਪਣਾ MS ਐਕਸਲ ਦੇ ਵਿੱਚ ਹੁੰਦਾ। ਤਾਂ ਇਹ ਆਪਸ਼ਨ MS ਐਕਸਲ ਦੇ ਉੱਤੇ ਤੁਸੀਂ ਟਿਕ ਲਗਾਓਗੇ। ਦੀ ਸੈੱਲ with a dark boundary in dash is called an active cell। ਤੁਹਾਨੂੰ ਪਤਾ MS ਐਕਸਲ ਦੇ ਵਿੱਚ ਜਿਹੜਾ ਸੈੱਲ ਆਪਣਾ ਬਾਉਂਡਰੀ ਜਿਹਦੀ ਡਾਰਕ ਹੋਈ ਹੁੰਦੀ ਹੈ ਤਾਂ ਉਸ ਨੂੰ ਆਪਾਂ ਐਕਟਿਵ ਸੈੱਲ ਕਹਿੰਦੇ ਆ। ਅਤੇ ਐਕਟਿਵ ਸੈੱਲ ਹੁੰਦਾ ਕਿਹਦੇ ਵਿੱਚ ਹੈ, MS ਐਕਸਲ ਦੇ ਵਿੱਚ ਹੁੰਦਾ। ਤਾਂ ਸੈਕਿੰਡ ਦਾ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ ਜੀ। ਇਹਨੂੰ ਤੁਸੀਂ ਇਮੇਜ ਦੀ ਹੈਲਪ ਨਾਲ ਵੀ ਦੇਖ ਸਕਦੇ ਹੋ। ਦੇਖੋ MS ਐਕਸਲ ਹੈਗਾ ਡੀਅਰ, ਸ਼ੀਟਸ ਨੇ, ਰੋਜ਼ ਐਂਡ ਕਾਲਮਸ ਹੈਗੇ ਨੇ। ਤਾਂ ਦੇਖੋ ਜਿਹੜੀ ਡਾਰਕ ਬਾਉਂਡਰੀ ਹੋਈ ਪਈ ਹੈ ਤਾਂ ਇਸ ਨੂੰ ਕੀ ਕਿਹਾ ਗਿਆ, ਐਕਟਿਵ ਸੈੱਲ ਕਿਹਾ ਗਿਆ। ਠੀਕ ਹੈ ਜੀ। ਤਾਂ ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਆ ਸਪਰੈਡਸ਼ੀਟ ਪ੍ਰੋਗਰਾਮ। ਤਾਂ ਦੇਖੋ ਸਪਰੈਡਸ਼ੀਟ ਪ੍ਰੋਗਰਾਮ ਇਕੱਲਾ ਆਪਾਂ ਕਹਿ ਦੇਣਾ MS ਐਕਸਲ ਨਹੀਂ ਹੈਗਾ, ਹੋਰ ਵੀ ਬਥੇਰੇ ਸੋਫਟਵੇਅਰ ਹੈਗੇ ਨੇ ਜਿਹਦੇ ਵਿੱਚ ਤੁਸੀਂ ਮਤਲਬ MS ਐਕਸਲ ਵਾਂਗ ਸੇਮ ਕੰਮ ਕਰ ਸਕਦੇ ਹੋ ਡੀਅਰ। ਥੋੜ੍ਹੇ ਮੋਟੇ ਫੀਚਰਸ ਦਾ ਫਰਕ ਜ਼ਰੂਰ ਹੋ ਸਕਦਾ। ਠੀਕ ਹੈ ਜੀ। ਤਾਂ ਹੇਠ ਲਿਖਿਆ ਵਿੱਚ ਕਿਹੜਾ ਸਪਰੈਡਸ਼ੀਟ ਪ੍ਰੋਗਰਾਮ ਨਹੀਂ ਹੈਗਾ। ਤਾਂ ਦੇਖੋ ਬੇਟਾ ਕੈਲਕ ਹੈਗਾ ਡੀਅਰ, ਵਿਜ਼ੀ ਕੈਲਕ ਹੈਗਾ, ਐਕਸਲ, ਬਟ ਯੂਬੰਟੋ ਨਹੀਂ ਹੈਗਾ। ਤਾਂ ਡੀ ਆਪਸ਼ਨ ਯੂਬੰਟੋ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਇਹ ਆਪਣਾ ਸਪਰੈਡਸ਼ੀਟ ਪ੍ਰੋਗਰਾਮ ਨਹੀਂ ਹੈਗਾ। ਨੈਕਸਟ ਹੈਗਾ ਇਨ MS ਐਕਸਲ ਆ ਵਰਕਬੁੱਕ ਇਜ਼ ਆ ਕਲੈਕਸ਼ਨ ਆਫ। MS ਐਕਸਲ ਵਿੱਚ ਇੱਕ ਵਰਕਬੁੱਕ ਕਿਸ ਦੀ ਕਲੈਕਸ਼ਨ ਹੁੰਦੀ ਹੈ। ਤਾਂ ਵਰਕਬੁੱਕ ਬੇਸਿਕਲੀ ਵਰਕਬੁੱਕ ਦੇ ਵਿੱਚ ਕੀ ਹੁੰਦੀਆਂ ਨੇ, ਵਰਕਸ਼ੀਟਸ ਹੁੰਦੀਆਂ ਨੇ। ਤਾਂ ਫੋਰਥ ਦਾ ਡੀ ਆਪਸ਼ਨ ਵਰਕਸ਼ੀਟਸ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਵਰਕਬੁੱਕ ਕਿਤੋਂ ਬਣੀ ਹੁੰਦੀ ਹੈ, ਵਰਕਸ਼ੀਟਸ ਤੋਂ ਬਣੀ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ ਬਾਈ ਡਿਫਾਲਟ ਹਾਊ ਮੈਨੀ ਵਰਕਸ਼ੀਟਸ ਆਰ ਦੇਅਰ ਇਨ ਐਨ MS ਐਕਸਲ ਵਰਕਬੁੱਕ 2007 ਔਰ 2010। ਚਾਹੇ 2007 ਦੀ ਗੱਲ ਕਰੇ ਚਾਹੇ 2010 ਦੀ ਗੱਲ ਕਰੇ, ਕਹਿੰਦਾ MS ਐਕਸਲ ਵਰਕਬੁੱਕ ਵਿੱਚ ਬਾਈ ਡਿਫਾਲਟ ਕਿੰਨੀਆਂ ਸ਼ੀਟਸ ਹੁੰਦੀਆਂ ਨੇ। ਤਾਂ ਕਿੰਨੀਆਂ ਸ਼ੀਟਸ ਹੁੰਦੀਆਂ ਨੇ ਡੀਅਰ ਸਟੂਡੈਂਟ, 3 ਸ਼ੀਟਸ ਹੁੰਦੀਆਂ ਨੇ। ਤੁਹਾਨੂੰ ਮੈਂ ਫੋਟੋ ਦੇ ਨਾਲ ਵੀ ਦਿਖਾ ਦਿੰਦਾ। ਤਾਂ 3 ਸ਼ੀਟਸ ਹੁੰਦੀਆਂ ਨੇ। ਧਿਆਨ ਨਾਲ ਦੇਖੋ, ਜੇ ਤੁਸੀਂ ਫੋਟੋ ਦੇਖੋਗੇ ਡੀਅਰ ਸਟੂਡੈਂਟਸ ਤਾਂ ਦੇਖੋ ਬਾਈ ਡਿਫਾਲਟ ਧਿਆਨ ਦੇਖੋ ਵਰਕਸ਼ੀਟ ਇਨ ਵਰਕਬੁੱਕ ਹੈ ਨਾ। ਤਾਂ ਲਿਖਿਆ ਸ਼ੀਟ 1, ਸ਼ੀਟ 2, ਸ਼ੀਟ 3। ਤਾਂ ਬਾਈ ਡਿਫਾਲਟ ਜਿਹੜੀ ਪਹਿਲੀ ਸ਼ੀਟ ਦਾ ਨਾਮ ਹੈਗਾ ਸ਼ੀਟ 1 ਹੈ, ਦੂਜੀ ਸ਼ੀਟ ਦਾ ਨਾਮ ਸ਼ੀਟ 2 ਅਤੇ ਤੀਜੀ ਸ਼ੀਟ ਦਾ ਨਾਮ ਸ਼ੀਟ 3 ਹੁੰਦਾ। ਬਿਲਕੁਲ ਓਕੇ ਜੀ। ਇਹੋ ਜਿਹਾ ਕੁਐਸਚਨ ਵੀ ਐਗਜ਼ਾਮੀਨਰ ਪੁੱਛ ਲੈਂਦਾ ਡੀਅਰ। ਠੀਕ ਹੈ ਜੀ। ਨੈਕਸਟ ਹੈਗਾ ਵਿਚ ਟਾਈਪ ਆਫ ਕੰਪਿਊਟਰ ਐਪਲੀਕੇਸ਼ਨ ਸੋਫਟਵੇਅਰ ਇਜ਼ ਕੁਆਟਰੋ ਪ੍ਰੋ। ਤਾਂ ਕੁਆਟਰੋ ਪ੍ਰੋ ਜਿਹੜਾ ਕੰਪਿਊਟਰ ਐਪਲੀਕੇਸ਼ਨ ਹੈ ਉਹ ਦਾ ਕਿਹੜਾ ਸੋਫਟਵੇਅਰ ਹੈਗਾ। ਤਾਂ ਜਿਹੜਾ ਕੁਆਟਰੋ ਪ੍ਰੋ ਹੈਗਾ ਡੀਅਰ ਸਟੂਡੈਂਟਸ ਇਹ ਆਪਣਾ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੀ ਹੈ। ਤਾਂ 6ਵੇਂ ਦਾ ਡੀਅਰ ਡੀ ਆਪਸ਼ਨ ਸਪਰੈਡਸ਼ੀਟ ਪ੍ਰੋਗਰਾਮ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ ਜੀ। ਨੈਕਸਟ ਹੈਗਾ ਵਾਟ ਇਜ਼ ਦੀ ਡਿਫਾਲਟ ਨੇਮ ਆਫ ਦੀ ਫਸਟ ਵਰਕਸ਼ੀਟ ਇਨ ਐਨ MS ਐਕਸਲ 2010 ਵਰਕਬੁੱਕ। MS ਐਕਸਲ 2010 ਵਰਕਬੁੱਕ ਦੀ ਪਹਿਲੀ ਵਰਕਸ਼ੀਟ ਦਾ ਬਾਈ ਡਿਫਾਲਟ ਨਾਮ ਕਿਹਾ। ਮੈਂ ਹੁਣ ਹੀ ਤੁਹਾਨੂੰ ਸ਼ੋਅ ਕੀਤਾ ਸੀਗਾ ਤਾਂ ਉੱਥੇ ਲਿਖਿਆ ਸੀਗਾ ਸ਼ੀਟ 1। ਯੈਸ ਔਰ ਨੋ। ਤਾਂ ਅਗਲਾ ਸ਼ੀਟ 1 ਦੇ ਉੱਤੇ ਤੁਸੀਂ C ਆਪਸ਼ਨ ਦੇ ਉੱਤੇ ਟਿਕ ਲਗਾਓਗੇ ਤਾਂ ਸ਼ੀਟ 1 ਦੇ ਉੱਤੇ। ਠੀਕ ਹੈ ਜੀ। ਨੈਕਸਟ ਹੈਗਾ ਤੁਸੀਂ ਫੋਟੋ ਨਾਲ ਵੀ ਤੁਸੀਂ ਦੇਖੋ ਲਿਖਿਆ ਪਿਆ ਸ਼ੀਟ 1, ਸ਼ੀਟ 2, ਸ਼ੀਟ 3। ਠੀਕ ਹੈ ਨਾ, ਇਸ ਤਰੀਕੇ ਨਾਲ ਨਾਮ ਲਿਖੇ ਹੋਏ ਨੇ ਬਾਈ ਡਿਫਾਲਟ ਡੀਅਰ। ਤਾਂ ਨੈਕਸਟ ਹੈਗਾ ਹਾਊ ਮੈਨੀ ਕਾਲਮਸ ਆਰ ਦੇਅਰ ਇਨ ਆ ਸ਼ੀਟ ਆਫ MS ਐਕਸਲ 2010। MS ਐਕਸਲ 2010 ਦੀ ਸ਼ੀਟ ਵਿੱਚ ਕਿੰਨੇ ਕਾਲਮ ਹੁੰਦੇ ਹਨ। ਤਾਂ MS ਐਕਸਲ ਦੀ ਜਿਹੜੀ ਸ਼ੀਟ ਹੈਗੀ ਹੈ ਤਾਂ ਉਹਦੇ ਵਿੱਚ ਹੁਣ ਆਪਣੇ 16,384 ਕਾਲਮ ਹੁੰਦੇ ਨੇ। ਤਾਂ C ਆਪਸ਼ਨ ਦੇ ਉੱਤੇ ਤੁਸੀਂ 16,384 ਦੇ ਉੱਤੇ ਟਿਕ ਲਗਾ ਸਕਦੇ ਹੋ। ਮੈਂ ਤੁਹਾਨੂੰ ਇਸ ਫੋਟੋ ਵਿੱਚ ਵੀ ਦਿਖਾ ਸਕਦਾ ਡੀਅਰ ਸਟੂਡੈਂਟ। ਦੇਖੋ ਤਾਂ ਜਿਹੜਾ ਲਾਸਟ ਵਾਲਾ ਕਾਲਮ ਹੈਗਾ ਇਹ ਲਿਖਿਆ ਪਿਆ XFD।
ਤਾਂ ਤੁਸੀਂ ਨੋਟਸ 'ਚ ਇਹ ਵੀ ਐਡ ਕਰ ਲਓ ਵੀ XFD ਹੈ ਜਿਹੜਾ ਇਹ ਬਿਲਕੁਲ ਲਾਸਟ ਵਾਲਾ ਕੋਲਮ ਹੁੰਦਾ, ਠੀਕ ਹੈ ਜੀ। XFD ਨਾਮ ਹੈ ਜਿਹੜਾ ਆਪਣਾ ਲਾਸਟ ਵਾਲਾ ਕੋਲਮ ਹੈ ਡੀਅਰ। ਧਿਆਨ ਨਾਲ ਇਸਦਾ ਨੰਬਰ ਵੀ ਦੇਖੋ ਕਿੰਨਾ ਬਣ ਰਿਹਾ ਡੀਅਰ, ਆਪਣੇ ਨੰਬਰਿੰਗ ਕੀਤੀ ਹੋਈ ਹੋਊਗੀ, ਠੀਕ ਹੈ ਨਾ। ਤਾਂ ਨੰਬਰਿੰਗ ਕੀਤੀ ਹੋਈ ਹੈਗੀ ਡੀਅਰ, ਤਾਂ 16384, ਠੀਕ ਹੈ ਜੀ ਗੱਲ ਡੀਅਰ। ਇੰਨਾ ਆਪਣਾ ਲਾਸਟ ਕੋਲਮ ਦਾ ਨੰਬਰ ਬਣਦਾ ਅਤੇ ਮਤਲਬ ਜੇ ਆਪਣਾ ਐਲਫਾਬੈਟੀਕਲ ਕਹੀਏ XFD ਨੰਬਰ ਬਣ ਰਿਹਾ, ਠੀਕ ਹੈ ਡੀਅਰ ਸਟੂਡੈਂਟ। ਤਾਂ XFD ਵੀ ਲਿਖ ਲਓ ਸਪੈਸ਼ਲੀ, ਠੀਕ ਹੈ ਜੀ। ਨੈਕਸਟ ਹੈਗਾ ਹਾਊ ਮੈਨੀ ਰੋਜ਼ ਆਰ ਦੇਅਰ ਇਨ ਆ ਸ਼ੀਟ ਆਫ MS Excel 2010। ਕਹਿੰਦਾ MS Excel 2010 ਦੀ ਸ਼ੀਟ 'ਚ ਕਿੰਨੀਆਂ ਰੋਜ਼ ਹੁੰਦੀਆਂ ਨੇ। ਤਾਂ ਜਿਹੜੀ ਰੋਜ਼ ਦੀ ਗਿਣਤੀ ਹੈਗੀ ਡੀਅਰ ਸਟੂਡੈਂਟ ਉਹ ਹੈਗੇ ਆਪਣੇ ਕੋਲ 10,48,576। ਤਾਂ 10,48,576 ਇੰਨੀਆਂ ਨੰਬਰ ਆਫ ਰੋਜ਼ ਹੁੰਦੀਆਂ ਨੇ। ਤਾਂ ਦੇਖੋ ਨੰਬਰਿੰਗ ਕੀਤੀ ਹੋਈ ਹੈ ਡੀਅਰ, ਅਤੇ ਆਪਣੀਆਂ ਇਹ ਰੋਜ਼ ਹੁੰਦੀਆਂ ਨੇ ਜਿਹੜੀਆਂ ਇਸ ਤਰੀਕੇ ਨਾਲ ਜਾ ਰਹੀਆਂ ਨੇ, ਨੰਬਰ ਆਫ ਰੋਜ਼ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਲਾਸਟ ਵਾਲਾ ਨੰਬਰ ਹੈਗਾ 10,48,576। ਇਹ ਬਿਲਕੁਲ ਲਾਸਟ ਕਾਲਮ ਹੈ ਡੀਅਰ, ਬਿਲकुल एवरीवन ओके लास्ट रो है, ठीक है जी, बिल्कुल एवरीवन ओके। तो लास्ट ठीक है जी कॉलम इन्हें उल्टे लिखा पे हैगा ਡੀਅਰ, उरे आना हैगा सीगा आई थिंक लास्ट रो आऊगी, ठीक है जी, लास्ट रो, ठीक है जी। तो हीयर इज़ अपना लास्ट अपना कॉलम आना सीगा, ठीक है जी, इस तरीके ना। बिल्कुल एवरीवन ओके। हाँ जी ਡੀਅਰ। तो नैक्सट हैगा विच शॉर्टकट की यूज टू मूव टू नैक्सट शीट इन MS Excel 2010 वर्कबुक। जेकर ਆਪਾਂ ਨੇ MS Excel ਦੀ ਨੈਕਸਟ ਸ਼ੀਟ ਦੇ ਜਿਵੇਂ ਸ਼ੀਟ 1 ਤੇ ਆਪਾਂ ਨੇ ਸ਼ੀਟ 2 ਤੇ ਜਾਣਾ ਹੋਵੇ ਤਾਂ ਆਪਾਂ ਕਿਹੜੀ ਸ਼ਾਰਟਕਟ ਕੀ ਦਾ ਇਸਤੇਮਾਲ ਕਰਾਂਗੇ। ਤਾਂ ਆਪਾਂ ਕੰਟਰੋਲ ਪਲੱਸ ਪੇਜ ਡਾਊਨ ਪ੍ਰੈਸ ਕਰਾਂਗੇ। ਤਾਂ ਕੰਟਰੋਲ ਪਲੱਸ ਪੇਜ ਡਾਊਨ ਜਦੋਂ ਆਪਾਂ ਪ੍ਰੈਸ ਕਰਾਂਗੇ ਤਾਂ ਨੈਕਸਟ ਸ਼ੀਟ ਤੇ ਪਹੁੰਚ ਜਾਵਾਂਗੇ, ਨੈਕਸਟ ਪੇਜ ਤੇ ਪਹੁੰਚਣਾ, ਪੇਜ ਡਾਊਨ ਪ੍ਰੈਸ ਕਰ ਦਿਓ, ਠੀਕ ਹੈ ਜੀ, ਕੰਟਰੋਲ ਪਲੱਸ ਪੇਜ ਡਾਊਨ। हाँ जी नैक्सट है विच सिंबल इज यूज फॉर एब्सोलूट रैफरेंस इन MS Excel। तो MS Excel विच एब्सोलूट रैफरेंस लिए किहड़ा चिन्ह सिंबल आपां वरतदे हां डियर। तो MS Excel च एब्सोलूट रैफरेंस मतलब जदों कोई आपां ना मतलब कोई एड्रैस बदलना ना होवे, ठीक है जी गल, तो उदों आपां ना मतलब जिहड़ा सैल दा एड्रैस हुंदा है उहदे नाल डॉलर साइन लगा देना। तो डॉलर साइन है जिहड़ा इहनूं एब्सोलूट रैफरेंस दा सिंबल कहंदे ने, डॉलर साइन दे नाल, ठीक है जी गल। तो एब्सोलूट रैफरेंस का सिंबल है, ठीक है जी। नैक्सट हैगा वट इज़ द परपज़ ऑफ वी लुक अप फंक्शन इन MS Excel। तो MS Excel ਦੇ ਵਿੱਚ ਜਿਹੜਾ वी लुक अप फंक्शन है इसका इस्तेमाल ਆਪਾਂ ਕਿਹਦੇ ਲਈ ਕਰਦੇ ਹਾਂ। इट फाइंड्स द रिलेटेड रिकॉर्ड्स, बीको नाल दे रिकॉर्ड किहड़े ने, इट फाइंड्स द रिलेटेड रिकॉर्ड्स, उन्होंने फाइंड करने आप वी लुकअप फंक्शन का इस्तेमाल करते हैं, ठीक है जी। नैक्सट हैगा विच ऑफ द फॉलोइंग इज़ नॉट आ टर्म यूजड इन स्प्रैडशीट। हेठ लिखा विच किहड़ी टर्म का इस्तेमाल स्प्रैडशीट विच नहीं हुंदा। देखो सैल हुंदा जिन्हों आपां एक्टिव सैल कह रहे हैं, फॉर्मूला बार हुंदा डियर, करैक्टर भी हुंदा जो आपां लिखते हैं वो चीज़ नूं करैक्टर कहने हुंदे आ, बट ब्राउज़र का इस्तेमाल नहीं हुंदा। तो इसलिए ये ऑप्शन ब्राउज़र के उत्ते तुसीं टिक लगाओगे, ठीक है जी। नैक्सट हैगा विच शॉर्टकट की इज़ यूज टू क्लोज दी MS Excel। MS Excel ਨੂੰ क्लोज करने लिए ਆਪਾਂ ਕਿਹੜੀ शॉर्टकट की ਦਾ इस्तेमाल करते हैं। तो Alt प्लस F4 का इस्तेमाल करते हैं, ठीक है जी। किहदा इस्तेमाल करांगे, Alt प्लस F4 का इस्तेमाल करके आप MS Excel की वर्कशीट ਨੂੰ क्लोज कर सकते MS Excel ਨੂੰ, ठीक है जी। नैक्सट हैगा विच शॉर्टकट की यूज टू क्लोज द करंट वर्कबुक वाइल कीपिंग Excel एंड अदर वर्कबुक ओपन। भी मतलब जी करंट वर्कबुक है सिर्फ उसनों क्लोज करना है, बाकी दियाँ वर्कबुक ने ਜਾਂ मतलब MS Excel ਉਹਨੂੰ क्लोज नहीं करना। ਤਾਂ ਉਸ ਦੇ ਲਈ ਆਪਾਂ ਕੀ ਪ੍ਰੈਸ ਕਰਾਂਗੇ ਡੀਅਰ ਸਟੂਡੈਂਟਸ। ਤਾਂ ਉਸ ਦੇ ਲਈ ਆਪਾਂ ਬੇਟਾ ਕੰਟਰੋਲ ਪਲੱਸ F4, ਕੰਟਰੋਲ ਪਲੱਸ F4 ਔਰ ਕੰਟਰੋਲ ਪਲੱਸ W, ਠੀਕ ਹੈ ਜੀ। ਜਿਹੜਾ ਮਰਜ਼ੀ ਦੋਹੇ ਇਸਤੇਮਾਲ ਕਰ ਸਕਦਾ, ਕੰਟਰੋਲ ਪਲੱਸ F4 ਇਸਤੇਮਾਲ ਕਰ ਸਕਦੇ ਆ ਜਾਂ ਕੰਟਰੋਲ ਪਲੱਸ W ਦਾ ਇਸਤੇਮਾਲ ਕਰ ਸਕਦੇ ਆ, ਠੀਕ ਹੈ ਜੀ। ਨੈਕਸਟ ਹੈਗਾ ਇਨ MS Excel ਵਿਚ ਸ਼ਾਰਟਕਟ ਕੀ इज़ यूज टू सिलैक्ट दी अंटायर रो। तो MS Excel पूरी रो नूं सिलैक्ट करने लई आपां किस दा इस्तेमाल करते हैं डियर स्टूडेंट। तो पूरी रो नूं जे आपां ने सिलैक्ट करना हैगा तो शिफ्ट प्लस स्पेस, तो D ऑप्शन शिफ्ट प्लस स्पेस का इस्तेमाल करांगे। मैं तुहानूं इस दे फोटो विच भी दिखा देना, देखो
ਤਾਂ ਜੇਕਰ ਆਪਾਂ ਨੇ ਪ੍ਰੋਪਰ ਆਪਾਂ ਨੇ ਰੋ ਪੂਰੀ ਸਿਲੈਕਟ ਕਰਨੀ ਆ, ਦੇਖੋ ਡਾਰਕ ਹੋ ਗਈ ਰੋ ਪ੍ਰੋਪਰ ਡੀਅਰ, ਤਾਂ ਆਪਾਂ ਸ਼ਿਫਟ ਪਲੱਸ ਸਪੇਸ ਦਬਾਉਂਦੇ ਹੁੰਦੇ ਆ, ਠੀਕ ਹੈ, ਪ੍ਰੈਸ ਕਰਦੇ ਹੁੰਦੇ ਆ। ਜੇ ਆਪਾਂ ਨੇ ਕਾਲਮ ਨੂੰ ਪ੍ਰੋਪਰ ਸਿਲੈਕਟ ਕਰਨਾ ਤਾਂ ਕੰਟਰੋਲ ਪਲੱਸ ਸਪੇਸ ਦਬਾਵਾਂਗੇ, ਠੀਕ ਹੈ ਨਾ। ਤਾਂ ਸ਼ਿਫਟ ਪਲੱਸ ਸਪੇਸ ਦੇ ਨਾਲ ਪੂਰੀ ਰੋ ਮਤਲਬ ਆਪਣੀ ਅੰਟਾਇਰ ਰੋ ਕੰਪਲੀਟ ਹੋ ਜਾਏਗੀ, ਤੇ ਕੰਟਰੋਲ ਪਲੱਸ ਸਪੇਸ ਦੇ ਨਾਲ ਆਪਣੇ ਕਾਲਮ ਸਿਲੈਕਟ ਹੋ ਜਾਏਗਾ। ਦੇਖੋ ਐਸ ਦੇ ਨੀਅਰ ਐਲਫਾਬੈਟ ਆਰ ਹੈ, ਤਾਂ ਰੋ ਨੂੰ ਜੇ ਸਿਲੈਕਟ ਕਰਨਾ ਪੂਰੀ ਨੂੰ ਤਾਂ ਸ਼ਿਫਟ ਪਲੱਸ ਸਪੇਸ, ਤੇ ਮਤਲਬ ਕਾਲਮ ਨੂੰ ਸਿਲੈਕਟ ਤਾਂ ਸੀ ਫॉर ਕੰਟਰੋਲ, ਸੀ ਫॉर ਕਾਲਮ, ਤਾਂ ਕੰਟਰੋਲ ਪਲੱਸ ਸਪੇਸ ਦਬਾਵਾਂਗੇ, ਠੀਕ ਹੈ ਜੀ। ਤਾਂ ਨੈਕਸਟ ਆਪਣਾ ਕੁਐਸਚਨ ਇਹੀ ਹੈ ਵੀ ਇਨ ਐਮ ਐਸ ਐਕਸਲ ਵਾਟ ਇਜ਼ ਦੀ ਸ਼ਾਰਟਕਟ ਕੀ ਯੂ ਕੈਨ ਪ੍ਰੈਸ ਟੂ ਸਿਲੈਕਟ ਦੀ ਅੰਟਾਇਰ ਕਾਲਮ। ਐਮ ਐਸ ਐਕਸਲ ਵਿੱਚ ਪੂਰੇ ਕਾਲਮ ਨੂੰ ਸਿਲੈਕਟ ਕਰਨ ਲਈ ਕਿਹੜੀ ਸ਼ਾਰਟਕਟ ਕੀ ਦਾ ਇਸਤੇਮਾਲ ਕਰਦੇ ਆ, ਤਾਂ ਆਪਾਂ ਨੇ ਕਾਲਮ ਨੂੰ ਸਿਲੈਕਟ ਕਰਨਾ ਤਾਂ ਕੰਟਰੋਲ ਪਲੱਸ ਸਪੇਸ ਦਾ ਇਸਤੇਮਾਲ ਕਰਦੇ ਆ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾਓਗੇ, ਕੰਟਰੋਲ ਪਲੱਸ ਸੀ ਸਪੇਸ ਦੇ ਉੱਤੇ। ਇਮੇਜ ਦੇ ਤੁਹਾਨੂੰ ਪਹਿਲਾਂ ਵੀ ਦਿਖਾਤਾ, ਹੁਣ ਵੀ ਸ਼ੋ ਕਰ ਰਹੀ ਹੈ ਵੀ ਪੂਰਾ ਮਤਲਬ ਦੇਖੋ ਕਾਲਮ ਸਿਲੈਕਟ ਹੋ ਗਿਆ ਕੰਟਰੋਲ ਪਲੱਸ ਸਪੇਸ ਦੇ ਨਾਲ, ਠੀਕ ਹੈ ਜੀ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਐਮ ਐਸ ਐਕਸਲ ਫੰਕਸ਼ਨ ਇਜ਼ ਯੂਜ਼ ਟੂ ਕਾਊਂਟ ਦੀ ਨੰਬਰ ਆਫ ਸੈਲਸ ਬੇਸਡ ਔਨ ਕੰਡੀਸ਼ਨਸ। ਐਮ ਐਸ ਐਕਸਲ 'ਚ ਹੇਠਾਂ ਦਿੱਤੇ ਫੰਕਸ਼ਨਾਂ ਵਿੱਚੋਂ ਕਿਹੜਾ ਇੱਕ ਰੇਂਜ ਦੇ ਅੰਦਰ ਸੈੱਲਾਂ ਦੀ ਗਿਣਤੀ ਕਰਦਾ ਹੈ ਜੋ ਦਿੱਤੀ ਗਈ ਕੰਡੀਸ਼ਨ ਨੂੰ ਪੂਰਾ ਕਰਦਾ ਹੈ। ਤਾਂ ਸੈੱਲਾਂ ਦੀ ਕਾਊਂਟਿੰਗ ਵੀ ਕਰਨਾ ਬਟ ਕੰਡੀਸ਼ਨ ਦੇ ਅਕੋਰਡਿੰਗ ਕਾਊਂਟ ਕਰਨਾ, ਤਾਂ ਕਾਊਂਟ ਇਫ ਫੰਕਸ਼ਨ ਹੁੰਦਾ। ਤਾਂ ਉਹ ਫੰਕਸ਼ਨ ਕਿਹੜਾ ਕਾਊਂਟ ਇਫ, ਜੇ ਆਪਾਂ ਕੰਡੀਸ਼ਨਾਂ ਲਗਾਉਣੀਆਂ ਨੇ, ਠੀਕ ਹੈ ਜੀ। ਜਿਵੇਂ ਦੇਖੋ ਕਾਊਂਟ ਇਫ ਫੰਕਸ਼ਨ ਹੈ ਡੀ, ਠੀਕ ਹੈ ਜੀ। ਤਾਂ ਆਪਾਂ ਨੇ ਕਾਊਂਟ ਇਫ ਫੰਕਸ਼ਨ ਦੇ ਨਾਲ ਕੀ ਲਗਾਤਾ, ਦੇਖੋ ਕਾਊਂਟ ਇਫ ਆ ਰੇਂਜ ਦੱਸਦੀ B3 ਤੋਂ ਲੈ ਕੇ ਆਹ B2 B3 ਦੇਖੋ ਨੇਮ ਸਟਾਰਟ ਹੋ ਗਈ ਲੂਸੀ ਤੋਂ, ਠੀਕ ਹੈ ਨਾ, B10 ਤੱਕ ਅਬਰਾਹਿਮ ਤੱਕ। ਕਹਿੰਦਾ ਨਾਮ ਕੀ ਲਿਖਦਾ, ਨਾਮ ਲੂਸੀ, ਵੀ ਲੂਸੀ ਕਿੰਨੇ ਵਾਰ ਰਿਪੀਟ ਹੋ ਰਿਹਾ, ਕਹਿੰਦਾ ਲੂਸੀ ਦੀ ਕੰਡੀਸ਼ਨ ਦੇਤੀ B3 ਤੋਂ B10 ਤੱਕ। ਤਾਂ ਲੂਸੀ ਦੇਖੋ 1 2, ਤਾਂ 2 ਵਾਰੀ ਕਾਊਂਟ ਹੋ ਜਾਊਗਾ ਲੂਸੀ, ਤਾਂ ਇਹ ਰਿਜ਼ਲਟ ਦੇ ਦੂਗਾ ਆਪਾਂ ਨੂੰ 2, ਤੇ ਰਿਜ਼ਲਟ ਦੇਖੋ 2 ਹੀ ਮੈਂਸ਼ਨ ਕੀਤਾ ਹੋਇਆ, ਦੇਖੋ ਕਾਊਂਟ ਇਫ 2, ਕਾਊਂਟ ਇਫ ਰੇਂਜ, ਤੇ ਫਿਰ ਰੇਂਜ ਤੋਂ ਬਾਅਦ ਆਪਾਂ ਮਤਲਬ ਜਿਹੜੀ ਆਪਾਂ ਨੇ ਕੰਡੀਸ਼ਨ ਲਾਣੀ ਹੋਊਗੀ ਉਹ ਕੰਡੀਸ਼ਨ ਉਸ ਦੇ ਅਕੋਰਡਿੰਗ ਹੀ ਸਿਲੈਕਟ ਹੋਊਗਾ। ਤਾਂ ਲੂਸੀ ਉਹਨੇ ਨੇਮ ਸਿਲੈਕਟ ਕੀਤਾ ਤਾਂ 2 ਸਿਲੈਕਟ ਹੋ ਗਿਆ, ਠੀਕ ਹੈ ਜੀ। ਇਸ ਤੇ ਕਹਿੰਦਾ ਉਹਨੂੰ ਕੋਈ ਵੀ ਮਤਲਬ ਉਹ ਪ੍ਰੋਗਰਾਮ ਐਡ ਕਰ ਸਕਦਾ ਹੈ। ਨੈਕਸਟ ਹੈ ਡੈਸ਼ ਇਜ਼ ਦੀ ਬੈਸਟ ਆਲਟਰਨੇਟਿਵ ਟੂ ਐਮ ਐਸ ਐਕਸਲ ਆਫਰਡ ਬਾਏ ਗੂਗਲ INC। ਤਾਂ ਐਮ ਐਸ ਐਕਸਲ ਦੀ ਜਗ੍ਹਾ 'ਤੇ ਅਸੀਂ ਗੂਗਲ ਦਾ ਕਿਹੜਾ ਸੋਫਟਵੇਅਰ ਇਸਤੇਮਾਲ ਕਰ ਸਕਦੇ ਹਾਂ, ਤਾਂ ਗੂਗਲ ਦਾ ਆਪਾਂ ਬੈਸਟ ਆਪਾਂ ਗੂਗਲ ਸ਼ੀਟਸ ਇਸਤੇਮਾਲ ਕਰ ਸਕਦੇ ਹਾਂ। ਤਾਂ 19ਵੇਂ ਦਾ ਇਹ ਆਪਸ਼ਨ ਬਿਲਕੁਲ ਠੀਕ ਆਂਸਰ ਹੈ, ਠੀਕ ਹੈ ਜੀ। ਨੈਕਸਟ ਹੈਗਾ ਐਮ ਐਸ ਐਕਸਲ ਵਾਜ਼ ਫਸਟ ਟਾਈਮ ਲਾਂਚਡ ਇਨ ਡੈਸ਼ ਬਾਏ ਮਾਈਕਰੋਸੋਫਟ ਕਾਰਪੋਰੇਸ਼ਨ। ਮਾਈਕਰੋਸੋਫਟ ਕਾਰਪੋਰੇਸ਼ਨ ਨੇ ਕਿਸ ਸਾਲ ਐਮ ਐਸ ਐਕਸਲ ਨੂੰ ਲਾਂਚ ਕੀਤਾ ਸੀਗਾ, ਤਾਂ 1985 ਵਿੱਚ ਲਾਂਚ ਕੀਤਾ ਸੀ, 1985 ਦੇ ਵਿੱਚ ਐਮ ਐਸ ਐਕਸਲ ਨੂੰ ਲਾਂਚ ਕੀਤਾ ਸੀਗਾ। ਤਾਂ ਹੋਪ ਕਰਦਾ ਡੀਅਰ ਸਟੂਡੈਂਟ ਤੁਹਾਨੂੰ ਇਹ ਵਾਲਾ ਫਸਟ ਪਾਰਟ ਬਹੁਤ ਚੰਗਾ ਲੱਗਿਆ ਹੋਊਗਾ। ਤਾਂ ਪਲੀਜ਼ ਇਹਦੇ ਨੋਟਸ ਜ਼ਰੂਰ ਬਣਾ ਲਿਓ ਅਤੇ ਮਤਲਬ ਅੱਗੇ ਸਟੂਡੈਂਟਸ ਨੂੰ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਐਵਰੀਵਨ ਫॉर ਵਾਚਿੰਗ ਦਿਸ ਵੀਡੀਓ।